फोटो देख के तुसी दस दिंदे हो जानी कि औरत दी कल्ली लेडीज दी, मर्द दी नहीं, लेडीज दी बच्चेदानी संबंध जो मर गया दस देंगे फेस देख के। तुसी किहड़ी पैथी दे नाल ਇਹੋ ਜਿਹੇ ਜਿਹੜੇ ਭਿਆਨਕ ਰੋਗ ਆ ਉਹਨਾਂ ਨੂੰ ਠੀਕ ਕਰਦੇ ਆ ਜੀ? ਆਪਾਂ ਹਰਬਲ ਮੈਡੀਸਨ ਆਪਾਂ ਆਪਦੀ ਖੁਦ ਤਿਆਰ ਕਰਦੇ ਆ। ਪੰਜਾਬੀ ਜਿਹੜਾ ਮੁਹਾਵਰਾ ਦੇਸੀ ਦਵਾਈਆਂ ਜੜੀ ਬੂਟੀਆਂ ਤੋਂ ਆਪਾਂ ਤਿਆਰ ਕਰਦੇ ਆ, ਉਹਦੇ ਨਾਲ ਆਪਾਂ ਸਾਰਾ ਜੜੀ ਬੂਟੀਆਂ ਦੇ ਨਾਲ ਭਸਮਾਂ ਦੇ ਨਾਲ ਕੁਸਤੇ ਆਪਾਂ ਆਪ ਤਿਆਰ ਕਰਦੇ ਆ। ਸੋਨਾ ਭਸਮ ਵੀ ਆਪਾਂ ਆਪ ਤਿਆਰ ਕਰਦੇ ਆ। ਇਹਨਾਂ ਨਾਲ ਬਿਮਾਰੀਆਂ ਠੀਕ ਕੀਤੀਆਂ ਜਾਂਦੀਆਂ ਸਾਰੀਆਂ ਜੀ। ਮਾਸ ਵਾਲੀਆਂ ਰਸੋਲੀਆਂ ਬਣ ਜਾਂਦੀਆਂ, ਪਾਣੀ ਵਾਲੀਆਂ ਬਣ ਜਾਂਦੀਆਂ ਵਾ, ਬੱਚਾ ਨਹੀਂ ਹੁੰਦਾਗਾ, ਬਾਝਪਾਨਾ, ਉਹ ਸਾਰਾ ਆਪਾਂ ਇਲਾਜ ਦੇਸੀ ਦਵਾਈਆਂ ਨਾਲ ਕਰਦੇ ਆ ਜੀ। ਅੱਖਾਂ ਬੰਦ ਕਰਕੇ ਫੋਟੋ ਪਾ ਦੇਵੇ, ਅਸੀਂ ਫੇਸ ਤੇ ਸਾਰਾ ਕੁਝ ਦੱਸ ਦਿੰਦੇ ਮਰੀਜ਼ ਨੂੰ ਵੀ ਕੀ ਨੁਕਸ਼ਾ, ਵੀ ਰਸੌਲੀ ਬਣ ਗਈ ਆ ਜਾਂ ਪਾਣੀ ਵਾਲੀ ਆ ਕਿਹੜੀ ਆ, ਸਾਰਾ ਦੱਸ ਦਈਦਾ ਫੇਸ ਤੇ। ਅੱਗੇ ਵੀ ਆਪਰੇਸ਼ਨ ਕਰਾਉਣ ਦੀ ਲੋੜ ਪੈਂਦੀ ਸੀਗੀ ਰਸੌਲੀਆਂ ਦੀ। ਦਰਸ਼ਕੋ ਹੁਣ ਆਪਰੇਸ਼ਨ ਕਰਾਉਣ ਦੀ ਬਿਲਕੁਲ ਲੋੜ ਨਹੀਂ, ਕਿਉਂਕਿ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਸਾਡੇ ਕੋਲੇ ਇਹੋ ਜਿਹੇ ਵੀ ਇਲਾਜ ਆ, ਫੇਸ ਦੇਖ ਕੇ ਹੀ ਦੱਸ ਦਿੰਦੇ ਆ ਵੀ ਆਹ ਬਿਮਾਰੀ ਆ ਤੁਹਾਨੂੰ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਆ। ਦਰਸ਼ਕੋ ਮੈਂ ਹਾਂ ਰਮੇਸ਼ ਸਿੰਘ ਲੋਪੋ। ਦਰਸ਼ਕੋ ਅੱਜ ਅਸੀਂ ਪਿੰਡ ਭਿੰਡਰ ਕਲਾਂ ਵਿੱਚ ਪਹੁੰਚੇ ਹਾਂ, ਜਿੱਥੇ ਵੈਦ ਕਮਲਜੀਤ ਸਿੰਘ ਜਿਹੜੇ ਕਿ ਆਪਦੀਆਂ ਦਵਾਈਆਂ ਦੇ ਨਾਲ ਕੈਂਸਰ ਤੱਕ ਦੇ ਰੋਗ ਠੀਕ ਕਰ ਦਿੰਦੇ ਆ। ਜਿਹੜਾ ਵੀ ਮਰਜ਼ੀ ਰੋਗ ਹੋਵੇ ਕਹਿੰਦੇ ਆਓ ਤੇ ਦਵਾਈ ਦੇ ਕੇ ਠੀਕ ਕਰ ਦਿੰਦੇ ਆ। ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਵੀ ਕਿਹੜੀ ਐਲੋਪੈਥੀ ਜਾਂ ਹੈਮੋਪੈਥੀ, ਕਿਹੜੀ ਪੈਥੀ ਦੇ ਨਾਲ ਉਹ ਠੀਕ ਕਰਦੇ ਆ। ਉਹਨਾਂ ਦਾ ਸਵਾਗਤ ਕਰਦੇ ਆ ਜੀ। D5 ਚੈਨਲ ਪੰਜਾਬੀ ਦੇ ਤੁਹਾਡਾ ਸਵਾਗਤ ਆ। ਤੁਹਾਡਾ ਹੀ ਬਹੁਤ ਟੀਮ ਦਾ ਹੈ D5 ਦਾ ਚੈਨਲ ਦਾ ਪੰਜਾਬੀ ਦਾ ਬੜਾ ਧੰਨਵਾਦ ਕਰਦੇ ਸਾਡੇ ਕਲੀਨਿਕ ਤੇ ਆਉਣ ਦਾ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ, ਧੰਨਵਾਦ। ਵੈਦ ਸਾਹਿਬ ਪਹਿਲਾਂ ਇਹ ਦੱਸੋ ਵੀ ਤੁਸੀਂ ਕਿਹੜੀ ਪੈਥੀ ਦੇ ਨਾਲ ਇਹੋ ਜਿਹੇ ਜਿਹੜੇ ਭਿਆਨਕ ਰੋਗ ਆ ਉਹਨਾਂ ਨੂੰ ਠੀਕ ਕਰਦੇ ਆ ਜੀ? ਆਪਾਂ ਹਰਬਲ ਮੈਡੀਸਨ ਆਪਾਂ ਆਪਦੀ ਖੁਦ ਤਿਆਰ ਕਰਦੇ ਆ। ਆਪਾਂ ਦੇਸੀ ਦਵਾਈਆਂ ਵੀ ਇਹਨੂੰ ਕਹਿ ਦਿੰਦੇ ਆ। ਪੰਜਾਬੀ ਜਿਹੜਾ ਮੁਹਾਵਰਾ ਦੇਸੀ ਦਵਾਈਆਂ ਜੜੀ ਬੂਟੀਆਂ ਤੋਂ ਆਪਾਂ ਤਿਆਰ ਕਰਦੇ ਆ, ਉਹਦੇ ਨਾਲ ਆਪਾਂ ਸਾਰਾ ਜੜੀ ਬੂਟੀਆਂ ਦੇ ਨਾਲ ਭਸਮਾਂ ਦੇ ਨਾਲ ਕੁਸਤੇ ਆਪਾਂ ਆਪ ਤਿਆਰ ਕਰਦੇ ਆ। ਸੋਨਾ ਭਸਮ ਵੀ ਆਪਾਂ ਆਪ ਤਿਆਰ ਕਰਦੇ ਆ। ਇਹਨਾਂ ਨਾਲ ਬਿਮਾਰੀਆਂ ਠੀਕ ਕੀਤੀਆਂ ਜਾਂਦੀਆਂ ਸਾਰੀਆਂ ਜੀ। ਇਹ ਤੁਸੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਠੀਕ ਕਰਦੇ ਆ, ਜਾਂ ਸਾਰੀਆਂ ਨੂੰ, ਜਾਂ ਕੋਈ ਖਾਸ ਵੀ ਜਿਵੇਂ ਕਹਿ ਦਈਏ ਵੀ ਕੈਂਸਰ ਜਾਂ ਕੱਲੀ ਜਾਂ ਹੋਰ ਵੀ ਬਿਮਾਰੀਆਂ ਕਿਹੜੀਆਂ ਕਿਹੜੀਆਂ ਨੂੰ ਠੀਕ ਕਰਦੇ? ਕੋਈ ਵੀ ਬਿਮਾਰੀ ਆ ਜੀ, ਜਿਹੜੀਆਂ ਭਿਆਨਕ ਬਿਮਾਰੀਆਂ ਵਾ ਕਰੋਨਿਕ ਜਿਹੜੀਆਂ ਠੀਕ ਨਹੀਂ ਹੁੰਦੀਆਂ, ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਰੀਆਂ ਠੀਕ ਕਰਦੇ ਹਾਂ। ਮਰੀਜ਼ ਨੂੰ ਚੈੱਕਅਪ ਕੀਤਾ ਜਾਂਦਾ ਸਾਰਾ ਉਹਦਾ। ਜਿਵੇਂ ਬੱਚੇਦਾਨੀ ਰਸੌਲੀਆਂ ਹੁੰਦੀਆਂ ਔਰਤਾਂ ਦੇ, ਲੇਡੀਜ਼ ਦੇ, ਬੱਚਾ ਨਹੀਂ ਹੁੰਦਾ ਗਾ, ਕੈਂਸਰ ਬਣ ਜਾਂਦਾ ਵਾ, ਮਾਸ ਵਾਲੀਆਂ ਰਸੌਲੀਆਂ ਬਣ ਜਾਂਦੀਆਂ, ਪਾਣੀ ਵਾਲੀਆਂ ਬਣ ਜਾਂਦੀਆਂ ਵਾ, ਬੱਚਾ ਨਹੀਂ ਹੁੰਦਾ ਗਾ, ਬਾਝਪਾਨਾ, ਉਹ ਸਾਰਾ ਆਪਾਂ ਇਲਾਜ ਦੇਸੀ ਦਵਾਈਆਂ ਨਾਲ ਕਰਦੇ ਹਾਂ ਜੀ। ਡਾਕਟਰ ਸਾਹਿਬ ਆਪਾਂ ਪਿੰਡਾਂ ਵਾਲਿਆਂ ਨੂੰ ਮੇਨ ਹੁੰਦਾ ਲੁਧਿਆਣਾ। ਜਦੋਂ ਪਿੰਡ ਦੇ ਵਿੱਚ ਜਾਣੀ ਕਿ ਕੋਈ ਵੀ ਡਾਕਟਰ ਜਵਾਬ ਦੇ ਦਿੰਦੇ ਆ, ਤੁਹਾਨੂੰ ਲੁਧਿਆਣਾ ਸ਼ਿਫਟ ਕੀਤਾ ਜਾਂਦਾ। ਜੇਕਰ ਉੱਥੋਂ ਵੀ ਜਵਾਬ ਮਿਲ ਜਾਂਦਾ ਤਾਂ ਉਹਨੂੰ ਜਵਾਬ ਹੀ ਸਮਝਿਆ ਜਾਂਦਾ। ਕੋਈ ਇਹੋ ਜਿਹਾ ਕੇਸ ਹੋਣ ਤੁਹਾਡੇ ਕੋਲੇ ਵੀ ਲੁਧਿਆਣੇ ਤੋਂ ਤਾਂ ਜਵਾਬ ਮਿਲ ਗਿਆ ਸੀਗਾ ਵੀ ਅਸੀਂ ਠੀਕ ਕੀਤੇ ਆ? ਦੇਖੋ ਜੀ, ਹੁਣ ਇੱਥੇ ਇੱਕ ਭੈਣ ਜੀ ਤੁਹਾਡੇ ਕੋਲ ਬੈਠੇ ਹੀ ਗਏ ਆ, ਪਟਿਆਲੇ ਤੋਂ ਆਏ ਵੀ ਸੀਗੇ। ਇਹਨਾਂ ਨੂੰ ਵੀ ਤਕਰੀਬਨ ਉੱਥੇ ਹੁਣ ਕਾਫੀ ਇਹਨਾਂ ਨੇ ਭੱਜਣ ਵਿਚਾਰਿਆਂ ਨੇ ਕੀਤੀ, ਨਹੀਂ ਕੋਈ ਇਹਨਾਂ ਦਾ ਮਸਲਾ ਹੱਲ ਹੋਇਆ, ਆਪਣੇ ਕੋਲ ਇੱਥੇ ਆਏ ਆ। ਜਿਹੜਾ ਇਲਾਜ ਹੁੰਦਾ ਨਾ, ਵਧੀਆ ਦੇ ਇਲਾਜ ਹੁੰਦੇ ਆ ਤਕਰੀਬਨ ਜੀ। ਚਲੋ ਜਵਾਬ ਵੀ ਮਿਲ ਜਾਂਦਾ, ਮਰੀਜ਼ ਸਾਡੇ ਕੋਲ ਬਥੇਰੇ ਇਸ ਤਰ੍ਹਾਂ ਆਉਂਦੇ ਆ, ਠੀਕ ਹੋ ਜਾਂਦੇ ਆ। ਜਦੋਂ ਜਿੰਨਾ ਚਿਰ ਵਧੀਆ ਮਹਾਰਾਜ ਦੀ ਮਿਹਰ ਨਾਲ ਢੋ ਬੇੜਾ ਹਰ ਇੱਕ ਦਾ ਮਰੀਜ਼ ਦਾ ਲੱਗ ਜਾਂਦਾ, ਠੀਕ ਹੋ ਜਾਂਦਾ ਵਾ। ਹਰਬਲ ਮੈਡੀਸਨ ਦੇ ਵਿੱਚ ਹਰ ਇੱਕ ਬਿਮਾਰੀ ਦਾ ਬੜਾ ਸੁਖਾਲਾ ਤੇ ਤਰੀਕਾ ਤੇ ਸਸਤਾ ਇਲਾਜ ਆ, ਤੇ ਮਰੀਜ਼ ਨੂੰ ਇਹਦੇ ਨਾਲ ਕੋਈ ਸਾਈਡ ਇਫੈਕਟ ਵੀ ਨਹੀਂਗਾ। ਕੋਈ ਬਿਮਾਰੀਆਂ ਹੋਰ ਜਿਵੇਂ ਆਪਾਂ ਐਲੋਪੈਥੀ ਜਦੋਂ ਖਾਂਦੇ ਆ, ਇੱਕ ਜੇ ਆਪਾਂ ਨੂੰ ਬਿਮਾਰੀ ਹਟਦੀ ਆ ਨਾਲ ਹੋਰ ਲੱਗ ਜਾਂਦੀਆਂ ਵਾ। ਇਹ ਜਿਹੜੀ ਵੀ ਹਰਬਲ ਜਿੰਨੀ ਮੈਡੀਸਨ ਆ, ਜਿੱਥੋਂ ਵੀ ਮਰਜ਼ੀ ਲਓ, ਹਰਬਲ ਵਧੀਆ ਮੈਡੀਸਨ ਆਪਾਂ ਨੂੰ ਜੇ ਮਿਲਦੀ ਆ, ਉਹਦਾ ਵੀ ਆਪਾਂ ਨੂੰ ਇੱਕੋ ਬਿਮਾਰੀ ਤੇ ਆਪਾਂ ਇੱਕ ਬਿਮਾਰੀ ਦੇ ਲੈਂਦੇ 10 ਬਿਮਾਰੀਆਂ ਨੂੰ ਉਹ ਹੋਰ ਨਾਲ ਠੀਕ ਕਰਦੀ ਆ, ਹੋਰ ਵੀ ਨਾਲ ਠੀਕ ਕਰਦੀ। ਉਹਦੇ ਗੁਣ ਇਹ ਹੁੰਦੇ ਆ। ਇੱਕ ਬਿਮਾਰੀ ਦਿੰਦੇ, ਉਹ ਕਹਿੰਦਾ ਮੈਨੂੰ ਆਹ ਸੀ, ਇਹ ਵੀ ਠੀਕ ਹੋ ਗਿਆ, ਇੱਧਰ ਆਹ ਵੀ ਠੀਕ ਹੋ ਗਿਆ, ਸਾਰੀਆਂ ਬਿਮਾਰੀਆਂ ਬਹੁਤ ਕਵਰ ਕਰ ਜਾਂਦੀ ਮੈਡੀਸਨ ਹਰਬਲ ਜੀ। ਜਿਵੇਂ ਤੁਸੀਂ ਭਸਮਾਂ ਦੀ ਗੱਲ ਕੀਤੀ ਆ, ਤੁਸੀਂ ਜਿਹੜੇ ਭਸਮਾਂ ਜਿੰਨੇ ਪ੍ਰਕਾਰ ਦੇ ਹੁੰਦੇ ਆ, ਇਹ ਜਿਵੇਂ ਕਿੰਨੀ ਪ੍ਰਕਾਰ ਦੇ ਟੋਟਲ ਭਸਮ ਗਿਣੇ ਗਏ ਜੀ? ਭਸਮਾਂ ਤਾਂ ਬਹੁਤ ਤਰ੍ਹਾਂ ਦੀਆਂ ਜੀ। ਭਸਮਾਂ ਤਾਂ ਹੁਣ ਜੇ ਨਾਲ ਲੱਗ ਜਾਏ ਲੱਗ ਜਿਵੇਂ ਹੁਣ ਚਾਂਦੀ ਲਾ ਲਓ ਵੀ, ਚਾਂਦੀ ਦੀ ਭਸਮ ਹੁੰਦੀ ਆ, ਸਵਰਨ ਭਸਮ ਹੁੰਦੀ ਆ ਜੀ, ਤੇ ਤਾਂਬਾ ਹੁੰਦੀ ਆ, ਭਸਮ ਹੁੰਦੀ ਆ। ਪਰਵਾਲ ਜਿਵੇਂ ਪੈਸਟੀ ਵੀ ਬਣ ਜਾਂਦੀ ਆ, ਉਹਦੀ ਭਸਮ ਵੀ ਬਣ ਜਾਂਦੀ ਆ। ਮੋਤੀ ਦੀ ਪੈਸਟੀ ਵੀ ਬਣ ਜਾਂਦੀ ਆ, ਉਹਦੀ ਭਸਮ ਵੀ ਬਣ ਜਾਂਦੀ ਆ। ਅਬਰਕ ਭਸਮ ਹੁੰਦੀ ਆ, 100 ਪੁੱਠੀ ਹੁੰਦੀ ਆ, ਲੋਹ ਭਸਮ ਹੁੰਦੀ ਆ।
ਜਿਸਤ ਭਸਮ ਹੁੰਦੀ ਹੈ, ਭਸਮਾਂ ਤਾਂ ਬਹੁਤ ਤਰ੍ਹਾਂ ਦੀਆਂ ਜੀ, ਬਹੁਤ ਤਰ੍ਹਾਂ ਦੀਆਂ। ਉਹ ਤਕਰੀਬਨ ਆਪਾਂ ਕਾਫੀ ਹੱਦ ਤੱਕ ਤਿਆਰ ਕਰਦੇ ਹਾਂ ਆਪ ਜੀ। ਕੁਛ ਸੋਨਾ ਸਵਰਨ ਭਸਮ ਖੁਦ ਤਿਆਰ ਕਰਦੇ, ਚਾਂਦੀ ਦੇ ਸਵਰਨ ਭਸਮ ਪੱਕਾ ਆਪਾਂ ਤਿਆਰ ਕਰਦੇ ਆਪਦਾ। ਬਾਕੀ ਭਸਮਾਂ ਵੀ ਹੋਰ ਨਾਲ ਲੱਗਦੀਆਂ ਤਿਆਰ ਕਰ ਲੈਂਦੀਆਂ, ਕਿਉਂਕਿ ਜਿਹੜਾ ਗੋਲਡਨ ਭਸਮ ਆ ਨਾ, ਇਹ ਸਾਨੂੰ ਸਹੀ ਕਿਤੋਂ ਨਹੀਂ ਮਿਲਦਾਗਾ। ਇਹ ਮਹਿੰਗਾ ਥੋੜਾ ਜਿਹਾ ਜ਼ਿਆਦਾ ਆ, ਤੇ ਇਹਦੀ ਮਿਹਨਤ ਵੀ ਬਹੁਤ ਜ਼ਿਆਦਾ ਆ। ਤੁਹਾਨੂੰ ਦਿਖਾਵਾਂਗੇ ਹੁਣ, ਅਸੀਂ ਉਸ ਅੱਗਾਂ ਦੇਈ ਜਾਂਦੇ ਆ। ਸਾਡੀ ਖਰਲ 'ਚ ਪਾਈ ਆ, ਹੁਣ ਅੱਗ ਦੇਣੀ ਆਪਾਂ। ਅੱਜ ਉਹਨੂੰ ਤੁਹਾਨੂੰ ਪੈਕ ਕਰਦੇ ਦਿਖਾਵਾਂਗੇ ਵੀ ਕਿਵੇਂ ਅਸੀਂ ਇਹਨੂੰ ਮਿੱਟੀ ਦੇ ਨਾਲ ਬੰਦ ਕਰਦੇ ਹਾਂ ਕੁਝ ਇਹਨੂੰ, ਤੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਉਹ। ਤੇ ਉਹਨੂੰ ਫਿਰ ਅੱਗ ਜੋ ਸੁੱਕ ਗਿਆ, ਫਿਰ ਉਹਨੂੰ ਕੱਲ ਨੂੰ ਸੁਭਾਗ ਨੂੰ ਆਪਾਂ ਅੱਗ ਦੇਵਾਂਗੇ ਜੀ। ਡਾਕਟਰ ਸਾਹਿਬ, ਮੇਨ ਲੋਕੀ ਮੰਨਦੇ ਆ ਵੀ ਕਿਸੇ ਦੇ ਜਲਨ ਹੁੰਦੀ ਆ ਜਾਂ ਤੇਜ਼ਾਬ ਬਹੁਤ ਜ਼ਿਆਦਾ ਲੋਕਾਂ ਦੇ ਬਣਦਾ, ਤੁਸੀਂ ਉਹਨੂੰ ਮੁੱਖ ਕਾਰਨ ਕੀ ਮੰਨਦੇ ਵੀ ਖਾਣਾ ਪੀਣਾ ਜਾਂ ਕਿਹੜੀ ਚੀਜ਼ ਤੋਂ ਬਚਤ ਕਰਨ? ਦਰਸ਼ਕ ਵੀਰਾਂ ਨੂੰ ਇਹ ਜ਼ਰੂਰ ਦੱਸੋ ਵੀ ਤੇਜ਼ਾਬ ਦਾ ਤੁਸੀਂ ਕਿਸ ਤਰ੍ਹਾਂ ਆਪਾਂ ਨੂੰ ਰੋਕਥਾਮ ਕੀਤੀ ਜਾ ਸਕਦੀ ਹੈ? ਦੇਖੋ, ਇਹ ਖਾਣ ਪੀਣ ਦਾ ਹੀ ਸਾਰਾ ਕਾਰਨ ਆ। ਇਹ ਸਾਡਾ ਖਾਣ ਪੀਣ ਬਿਲਕੁਲ ਹੀ ਨਹੀਂ ਸਹੀ, ਗਲਤ ਆ ਖਾਣ ਪੀਣ ਸਾਰਾ ਜਿੰਨਾ ਵੀ ਆ। ਜਿੰਨਾ ਫਾਸਟ ਫੂਡ ਜਿੰਨਾ ਵੀ ਆਉਂਦਾ ਵਾ, ਫਿਰ ਵਿਆਹ ਸ਼ਾਦੀਆਂ ਵਾ, ਉਹਦੇ ਆਪਾਂ ਜਿੰਨਾ ਵੀ ਕੁਛ ਉਹਦੇ ਵਿੱਚ ਖਾਂਦੇ ਆ, ਸਾਰਾ ਹੀ ਤੇਜ਼ਾਬ ਦਾ ਘਰ ਆ। ਅੱਜ ਤੋਂ ਜੇ 20-30 ਸਾਲ ਪਹਿਲੋਂ ਜਾਂਦੇ ਆ, ਉਦੋਂ ਹੁੰਦਾ ਸੀ ਪ੍ਰਸ਼ਾਦ ਤੇ ਖੀਰ, ਉਹ ਇੱਕ ਅੰਮ੍ਰਿਤ ਸੀਗਾ। ਉਹ ਜੇ ਬੰਦੇ ਨੂੰ ਜਾਨ ਪੈਂਦੀ ਸੀਗੀ, ਤਾਕਤ ਮਿਲਦੀ ਸੀ, ਉਹਦਾ ਕੋਈ ਦੁੱਧ ਤੋਂ ਖੀਰ ਦੁੱਧ ਹੀ ਬਣਨੀ ਆ, ਤੇ ਪ੍ਰਸ਼ਾਦ ਘਿਓ ਦਾ ਬਣਨਾ ਵਾ। ਦੋਨੇ ਚੀਜ਼ਾਂ ਦੇ ਵਿੱਚ ਬੰਦੇ ਨੂੰ ਤਾਕਤ ਮਿਲਦੀ ਸੀ। ਬੰਦਾ ਵਿਆਹਾਂ ਸ਼ਾਦੀਆਂ ਜਾਈਦਾ ਸੀਗਾ, ਚੁੱਲ੍ਹੇ ਨਿਉਂਦਾ ਹੁੰਦੀਆਂ ਸੀ ਪਿੰਡਾਂ 'ਚ, ਖਾਣਾ ਬੰਦਿਆਂ ਰਾਜ ਕੇ ਖਾਣਾ, ਘਰੇ ਆ ਕੇ ਕੰਮ ਕਰਨਾ। ਨੰਬਰ 1 ਕੰਮ ਕੋਈ ਨਹੀਂਗਾ, ਵਿਹਲੇ ਅਸੀਂ ਸਾਰੇ, ਕਿਸੇ ਨੂੰ ਮੁੜਕਾ ਨਹੀਂ ਆਉਣਾ, ਕੰਮ ਕੋਈ ਨਹੀਂ ਕਰਨਾ ਅਸੀਂ। ਫਿਰ ਖਾਣਾ ਅਸੀਂ ਤਲੀਆਂ ਚੀਜ਼ਾਂ ਵਾ, ਬਰਗਰ, ਪੀਜੇ, ਪਕੌੜੇ, ਚੀਜ਼ਾਂ ਵਿਆਹ ਦੇ ਵਿੱਚ ਇਹ ਚੀਜ਼ਾਂ ਖਾਂਦੇ ਆ। ਇਹਨਾਂ ਦੇ ਨਾਲ ਸਾਰੀਆਂ ਬਿਮਾਰੀਆਂ ਦਾ ਕਾਰਨ ਹੀ ਆ ਜਿੰਨਾ ਵੀ ਕੁਛ ਇਹ ਹੈਗਾ ਵਾ। ਜਿਹੜੇ ਸਾਡੇ ਬਜ਼ੁਰਗਾਂ ਦੇ ਅਨਪੜ੍ਹਾਂ ਦੇ ਬਣਾਏ ਸੀ ਨਾ ਪਹਿਲੇ, ਜਿੰਨੇ ਵੀ ਸਾਡੇ ਬਜ਼ੁਰਗ ਸੀ ਪਹਿਲੇ, ਜਿਵੇਂ ਖੀਰ ਪ੍ਰਸ਼ਾਦ ਸੀਗਾ, ਇਹ ਬਹੁਤ ਤਾਕਤਵਰ ਚੀਜ਼ਾਂ ਸੀਗੀਆਂ। ਖੁਸ਼ਕੀ ਨਹੀਂ ਸਰੀਰ 'ਚ ਅੰਦਰ ਹੁੰਦੀ ਸੀ, ਤਾਕਤ ਮਿਲਦੀ ਸੀ ਬੋਡੀ ਨੂੰ। ਤੇ ਸੇਵੀਆਂ ਰੇਸ਼ੇ ਨੂੰ ਖਤਮ ਕਰ ਦਿੰਦੀਆਂ ਸੀਗੀਆਂ। ਜੇ ਕੋਈ ਰੇਸ਼ਾ ਹੋ ਜਾਣਾ, ਉਹਨੂੰ ਦੇਸੀ ਘਿਓ 'ਚ ਸੇਵੀਆਂ ਬਣਾ ਦੇਣੀਆਂ, ਉਹ ਖਾ ਲਓ ਤੇ ਰੇਸ਼ਾ ਖਤਮ ਹੋ ਜਾਂਦਾ ਵਾ। ਕਿ ਅੰਦਰੋਂ ਸਾਰਾ ਝਾੜ ਦਿੰਦਾ ਸੀਗਾ ਗਰਮੈਸ਼ ਦੇ ਨਾਲ। ਅੰਦਰੋਂ ਕੱਪੜਾ ਲੈ ਕੇ ਪੈ ਜਾਓ, ਤੁਹਾਡਾ ਸਰੀਰ ਐਨ ਹਲਕਾ ਹੋ ਜਾਂਦਾ ਸੀ ਤੇ ਰੇਸ਼ਾ ਖਤਮ ਹੋ ਜਾਂਦਾ ਸੀਗਾ ਜੀ। ਇਹ ਡਾਕਟਰ ਸਾਹਿਬ, ਤੁਸੀਂ ਔਰਤਾਂ ਦੇ ਰੋਗਾਂ ਦਾ ਵੀ ਇਲਾਜ ਕਰਦੇ ਆ ਜਿਹੜੇ, ਜਿਵੇਂ ਹੁਣ ਮੈਂ ਦੇਖਿਆ ਵੀ ਲੜਕੀਆਂ ਆਉਂਦੀਆਂ ਤੁਹਾਡੇ ਕੋਲੇ, ਵੀ ਔਰਤਾਂ ਦੇ ਵੀ ਸਾਰੇ ਰੋਗਾਂ ਦਾ ਜਿਵੇਂ ਇਲਾਜ ਕਰਦੇ ਆ ਤੁਸੀਂ? ਹਾਂਜੀ, ਔਰਤਾਂ ਦਾ ਵੀ ਸਾਰਾ ਹੀ ਹੁੰਦਾ ਤਕਰੀਬਨ, ਹਰ ਇੱਕ ਬਿਮਾਰੀ ਦਾ ਔਰਤ ਦਾ ਵੀ ਇਲਾਜ ਕਰਦੇ ਆ ਆਪਾਂ। ਮੇਨ ਸਾਡੇ ਕੋਲ ਬੱਚੇ ਵਾਲੇ ਬਹੁਤ ਕੇਸ ਆਉਂਦੇ ਆ ਜੀ, ਜਿਨ੍ਹਾਂ 'ਚ ਰਸੌਲੀਆਂ ਹੁੰਦੀਆਂ ਨਾ, ਉਹ ਤਾਂ ਬਹੁਤ ਹੀ ਜ਼ਿਆਦਾ ਕੇਸ ਆ ਸਾਡੇ ਕੋਲੇ। ਉਹਦਾ ਬੜਾ ਵਧੀਆ ਸਾਡੇ ਕੋਲ ਇਲਾਜ ਆ, ਤੇ ਸੌਖਾ ਸਖਾਲਾ ਤਰੀਕਾ ਵਾ, ਤੇ ਉਹ ਮਹੀਨੇ ਕੁ ਦੇ ਵਿੱਚ ਮਰੀਜ਼ ਨੂੰ ਪਤਾ ਲੱਗ ਜਾਂਦਾ ਵਾ। ਜਿਹੜੇ ਸਾਡੇ ਕੋਲ ਮਰੀਜ਼ ਆਉਂਦਾ ਵਾ, ਉਹਨੂੰ ਆਪਾਂ ਫੇਸ ਤੋਂ ਵੇਖ ਕੇ ਦੱਸ ਦਿੰਦੇ ਆ। ਸਿਰਫ ਲੇਡੀਜ਼ ਨੂੰ ਅੱਖਾਂ ਬੰਦ ਕਰਕੇ ਫੋਟੋ ਪਾ ਦੇਵੇ, ਅਸੀਂ ਉਹ ਫੇਸ ਤੇ ਸਾਰਾ ਕੁਝ ਦੱਸ ਦਿੰਦੇ ਮਰੀਜ਼ ਨੂੰ ਵੀ ਕੀ ਨੁਕਸ਼ਾ, ਵੀ ਰਸੌਲੀ ਬਣ ਗਈ ਆ ਜਾਂ ਪਾਣੀ ਵਾਲੀ ਆ, ਕਿਹੜੀ ਆ, ਸਾਰਾ ਉਹ ਦੱਸ ਦਈਦਾ ਫੇਸ ਤੇ ਜੀ। ਫੋਟੋ ਦੇਖ ਕੇ ਤੁਸੀਂ ਦੱਸ ਦਿੰਦੇ ਆ ਜਾਨੀ ਕਿ? ਹਾਂਜੀ, ਔਰਤ ਦੀ, ਕੱਲੀ ਲੇਡੀਜ਼ ਦੀ, ਮਰਦ ਦੀ ਨਹੀਂ। ਲੇਡੀਜ਼ ਦੀ ਬੱਚੇਦਾਨੀ ਸੰਬੰਧ ਜੋ ਮਾਰ ਕੇ ਉਹ ਦੱਸ ਦਿਆਂਗੇ ਫੇਸ ਦੇਖ ਕੇ ਜੀ। ਠੀਕ। ਹਾਂਜੀ, ਜਿਵੇਂ ਹੁਣ ਅੱਗੇ ਵੀ ਆਪਰੇਸ਼ਨ ਕਰਾਉਣ ਦੀ ਲੋੜ ਪੈਂਦੀ ਸੀਗੀ ਰਸੌਲੀਆਂ ਦੀ, ਦਰਸ਼ਕੋ ਹੁਣ ਆਪਰੇਸ਼ਨ ਕਰਾਉਣ ਦੀ ਬਿਲਕੁਲ ਲੋੜ ਨਹੀਂ, ਕਿਉਂਕਿ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਸਾਡੇ ਕੋਲੇ ਇਹੋ ਜਿਹੇ ਵੀ ਇਲਾਜ ਆ, ਫੇਸ ਦੇਖ ਕੇ ਹੀ ਦੱਸ ਦਿੰਦੇ ਆ ਵੀ ਆਹ ਬਿਮਾਰੀ ਆ ਤੁਹਾਨੂੰ, ਉਹੇ ਦੇ ਹਿਸਾਬ ਨਾਲ ਦਵਾਈਆਂ ਦਿੰਦੇ ਆ। ਤੇ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਜੀ ਦਵਾਈਆਂ ਦੇ? ਜਿਵੇਂ ਐਲੋਪੈਥੀ ਦੇ ਵਿੱਚ ਆਪਾਂ ਕਈ ਵਾਰੀ ਬੰਦੇ ਨੂੰ ਰਿਐਕਸ਼ਨ ਕਰ ਜਾਂਦੀ ਹੈ ਦਵਾਈ, ਇਹ ਜਿਹੜੀ ਤੁਸੀਂ ਦਿੰਦੇ ਆ ਦਵਾਈ, ਇਹਦਾ ਕੋਈ ਰਿਐਕਸ਼ਨ ਨਹੀਂ? ਇਹਦਾ ਕੋਈ ਹਰਬਲ ਮੈਡੀਸਨ ਦਾ ਕੋਈ ਏਡਾ ਨਹੀਂ ਹੁੰਦਾਗਾ। ਇਹਦਾ ਕੋਈ ਵੀ ਰਿਐਕਸ਼ਨ ਕੋਈ ਏਡਾ ਨਹੀਂ, ਜੜੀ ਬੂਟੀ ਦਾ ਕੋਈ ਵੀ ਹੁੰਦਾ। ਵੱਧ ਤੋਂ ਵੱਧ ਘਟਦੀ, ਵੱਧ ਤੋਂ ਵੱਧ ਜਲਾਬ ਆਜੂ, ਵੱਧ ਤੋਂ ਵੱਧ ਹੋਰ ਕੁਝ ਨਹੀਂ ਹੋਣਾ ਦੇਣਾ। ਤੇ ਇਹਦਾ ਕੋਈ ਰਿਐਕਸ਼ਨ ਬਿਲਕੁਲ ਗਲਤ ਨਹੀਂ ਇਹ ਮੈਡੀਸਨ ਦਾ ਹੁੰਦਾ। ਹੁਣ ਤੁਹਾਡਾ ਪਿੰਡ ਲੋਪਾ ਹੀ, ਅੱਜ ਤੋਂ ਮੈਂ 18-19 ਸਾਲ ਦੀ ਗੱਲ ਕਰਦਾ ਜੀ। ਤੁਹਾਡੇ ਇੱਕ ਪਿੰਡ ਦੀ ਸੀ ਭੈਣ ਜੀ, ਉਹਨਾਂ ਮੈਂ ਬੱਚੇਦਾਨੀ ਰਸੌਲੀ ਕੱਢੀ ਸੀ, ਬਹੁਤ ਵੱਡੀ ਸੀ ਉਹਦੇ। ਉਹ ਜਗਰਾਉਂ ਤੋਂ ਆਪਰੇਸ਼ਨ ਕਰਾਉਣ ਗਈ ਸੀ, ਉੱਥੇ ਕਿਸੇ ਨੇ ਦੱਸਿਆ ਵੀ ਰਸੌਲੀ ਕੱਢ ਦਿੰਦੇ ਆ। ਫਿਰ ਰਸੌਲੀ ਕੱਢੀ ਜੀ ਉਹਦੇ ਮੈਂ, ਫਿਰ ਮੇਰੇ ਕੋਲ 2-3 ਮਹੀਨੇ ਦਵਾਈ ਉਹਦੇ ਮੈਡੀਸਨ ਚੱਲੀ, ਰਸੌਲੀ ਨਿਕਲ ਗਈ ਉਹਨਾਂ ਦੀ। ਚਲੋ ਬਾਅਦ 'ਚ ਵੀ ਉਹਨਾਂ ਨੇ ਕਾਫੀ ਮਰੀਜ਼ ਭੇਜੇ, ਫਿਰ ਲੋਪੋ ਤੋਂ ਵੀ ਤੁਹਾਡੇ ਮਰੀਜ਼ ਅੱਗੇ ਆਏ ਵੇ ਆ। ਜਿਵੇਂ ਜੀ ਹੁਣ ਇੱਥੇ ਲੋਕੀ ਤੁਹਾਡੇ ਕੋਲੇ ਦਵਾਈਆਂ ਲੈਣ ਆਉਂਦੇ ਆ, ਤੁਸੀਂ ਜਿਵੇਂ ਹੁਣ ਕਿਸੇ ਨੇ ਵਿਦੇਸ਼ 'ਚ ਬੈਠੇ ਆ, ਉਹਨਾਂ ਨੇ ਦਵਾਈ ਤੁਹਾਡੇ ਕੋਲੋਂ ਮੰਗਾਉਣੀ ਹੋਵੇ, ਤੁਸੀਂ ਕੋਰੀਅਰ ਵਗੈਰਾ ਕਰਦੇ ਆ ਜਾਂ ਉਹ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਆ ਕੇ ਲਿਜਾਵੇ? ਕਿਸ ਤਰ੍ਹਾਂ ਸੰਪਰਕ ਕਰਨਾ ਤੁਹਾਡੇ ਨਾਲ? ਹਾਂਜੀ, ਬਾਹਰ ਸਾਰੇ ਕੰਟਰੀ ਜਿੱਥੇ ਮਰਜ਼ੀ ਅਸੀਂ ਉਹ ਮੈਡੀਸਨ ਕੋਰੀਅਰ ਕਰ ਦਿੰਦੇ ਆ ਜੀ। ਬਾਹਰ ਆਪਣੀ ਮੈਡੀਸਨ ਭੇਜ ਦੇਈਦੀ ਆ। ਉਹ ਮਰੀਜ਼ ਦਾ ਸਾਰਾ ਉਦੋਂ ਪੁੱਛ ਲਈਦਾ ਬਾਇਓਡਾਟਾ, ਵੀ ਜੋ ਦੁੱਖ ਤਕਲੀਫ ਆ ਸਾਰਾ ਕੁਝ ਉਹਨੂੰ ਫੋਨ ਤੇ ਉਹਦਾ ਦੇਖ ਲਈਦਾ ਵਾ। ਜੇ ਉਹਨੂੰ ਸਾਨੂੰ ਸਹੀ ਲੱਗਦਾ ਤਾਂ ਭੇਜੀ ਦੀ, ਸਾਡੇ ਸਮਝ 'ਚ ਆਉਂਦੀ ਵੀ ਹਾਂ ਠੀਕ ਆ। ਜੇ ਮਰੀਜ਼ ਨੂੰ ਆਉਣਾ ਵਾ, ਫਿਰ ਕਈ ਮਰੀਜ਼ ਆਉਂਦੇ ਵੀ ਆ। ਹੁਣ ਇੱਕ ਇੱਥੇ ਆ ਕੇ ਗਿਆ ਸਾਡੇ ਕੋਲੇ, ਤੇ ਉਹਦਾ ਪੂਰਾ ਹੱਲ ਹੁਣ ਵਧੀਆ, ਮਹਾਰਾਜ ਦੀ ਮਿਹਨਤ, ਮਹੀਨਾ ਰਹਿ ਕੇ ਦਵਾਈ ਖਾ ਗਏ। ਹੁਣ ਦਵਾਈ ਬਾਕੀ ਮੈਡੀਸਨ ਨਾਲ ਲੈ ਗਏ ਆ, ਤੇ ਬਾਕੀ ਫੋਨ ਤੇ ਸਾਰਾ ਕਨੈਕਟ ਕਰਕੇ ਫੋਨ ਦਵਾਈ ਬਾਹਰ ਭੇਜ ਦੇਈਦੀ ਆ ਜੀ। ਦਰਸ਼ਕੋ, ਤੁਹਾਨੂੰ ਦੱਸ ਦਈਏ, ਜੇ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ, ਡਾਕਟਰ ਸਾਹਿਬ ਦਾ ਸਕਰੀਨ ਤੇ ਨੰਬਰ ਚੱਲੂਗਾ,
ਤੇ ਨੰਬਰ ਵੀ ਤੁਸੀਂ ਕਮੈਂਟ ਰਾਹੀਂ ਪਤਾ ਕਰ ਸਕਦੇ ਆ। ਤੇ ਹਰਬਲ ਜਾਣੀ ਕਿ ਪੇਥੀ ਰਾਹੀਂ ਇਹ ਆਪਣੀ ਡਾਕਟਰੀ ਦਾ ਕਰਦੇ ਹੈਗੇ ਆ ਇਲਾਜ। ਤੇ ਸਾਰਾ ਜਾਣੀ ਕਿ ਵੀ ਕੋਈ ਰਸੌਲੀ ਦਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਗੀ, ਡਾਕਟਰ ਸਾਹਿਬ ਦਵਾਈਆਂ ਦੇ ਨਾਲ ਹੀ ਠੀਕ ਕਰ ਦਿੰਦੇ ਆ। ਬਹੁਤ ਹੀ ਆਪਰੇਸ਼ਨਾਂ ਵਾਲੇ ਇੱਥੋਂ ਮਰੀਜ਼ ਆਏ ਜਿਹੜੇ ਠੀਕ ਹੋ ਕੇ ਗਏ ਆ। ਤੇ ਡਾਕਟਰ ਸਾਹਿਬ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਕਿਹੋ ਜਿਹਾ ਖਾਣਾ ਪੀਣਾ ਕਰਨ? ਕਈ ਜਿਵੇਂ ਹੁਣ ਆਪਾਂ ਭਾਂਡੇ ਆ ਜਿਹੜੇ ਕਈ ਜਾਣੀ ਕਿ ਵੀ ਸਟੀਲ ਦੇ ਵਰਤਦੇ ਆ, ਕਿਹੜੇ ਵਰਤਣੇ ਚਾਹੀਦੇ ਆ? ਹਜੇ 2 ਚਿੱਤੀ ਦੇ ਵਿੱਚ ਆ, ਕਈ ਪਿੱਤਲ ਦੇ ਕਹਿ ਦਿੰਦੇ, ਕੋਈ ਸਰਬ ਲੋਹ ਦੇ ਕਹਿ ਦਿੰਦੇ, ਕਿਹੜੇ ਠੀਕ ਰਹਿੰਦੇ ਆ? ਦੇਖੋ ਸਭ ਤੋਂ ਉੱਤਮ ਤਾਂ ਹੈ ਸਰਬਲੋਹ ਦਾ ਬਰਤਨ। ਕੋਈ ਵੀ ਬਰਤਨ ਸਰਬਲੋਹ ਸਭ ਤੋਂ ਪਹਿਲੇ ਨੰਬਰ ਤੇ ਆ। ਫਿਰ ਆਪਾਂ ਪਿੱਤਲ ਦਾ ਵੀ ਵਰਤ ਸਕਦੇ ਆ, ਤਾਂਬੇ ਦਾ ਵੀ ਵਰਤ ਸਕਦੇ ਆ ਜੀ। ਜੋ ਬਜ਼ੁਰਗ ਆਪਣੇ ਪਹਿਲੇ ਜਿਹੜੇ ਵਰਤਦੇ ਸੀ ਜਿੰਨੇ ਵੀ ਬਰਤਨ ਉਹ ਸਾਰੇ ਵਧੀਆ ਹੀ ਸੀਗੇ ਜਾਂ 1 ਨੰਬਰ ਸੀਗੇ। ਸੋਨੇ ਦੇ ਸੁਹਾਗੇ ਕਹਿੰਦੇ, ਸੋਨੇ ਦੇ ਸੁਹਾਗੇ ਵਾਲੀ ਗੱਲ ਸੀਗੀ ਪਹਿਲੇ ਜਿੰਨੇ ਵੀ ਵਰਤਦੇ ਆ। ਜੋ ਹੁਣ ਸਾਡੇ ਆ ਰਹੇ ਆ ਸਾਰੇ ਕੁਛ ਇਹ ਤਾਂ ਠੀਕ ਨਹੀਂ ਗਾ ਸਾਰਾ ਜੀ। ਜਿੰਨਾ ਵੀ ਕੁਛ ਆ ਰਿਹਾ ਨਾ ਬਰਤਨ ਵੀ ਆ ਰਹੇ ਆ ਜਿਵੇਂ ਹੁਣ ਡਿਸਪੋਜ਼ਲ ਲਾ ਲਓ, ਪਲੇਟਾਂ ਪਲੂਟਾਂ ਪਤਾ ਨਹੀਂ ਕੀ ਇਹ ਕੈਮੀਕਲ ਨਾਲ ਬਣਦੀਆਂ ਉਹ ਚੱਲ ਪਈਆਂ। ਭਾਂਡੇ ਸਾਫ਼ ਕਰਨ ਦੇ ਮਾਰੇ ਜਾਂ ਕੋਈ ਸਰਫ ਜਿਹਾ ਚੱਲ ਪਿਆ, ਸਾਬਣ ਜਾਂ ਭਾਂਡੇ ਧੋਣ ਨੂੰ, ਉਹ ਸਾਰਿਆਂ ਦੇ ਅੰਦਰ ਬੜਾ ਜਾਂਦਾ, ਉਹ ਨੁਕਸਾਨ ਬੜਾ ਕਰਦਾ। ਉਹ ਤੁਸੀਂ ਭਾਂਡਾ ਨਾ ਜੋ ਧੋ ਲੈਂਦੇ ਆ ਦੁਬਾਰਾ ਫਿਰ ਉਹਨੂੰ ਧੋਵੋ, ਦੇਖੋ ਝੱਗ ਬਣ ਜਾਣੀ ਉਹਦੀ। ਜਦੋਂ ਭਾਂਡੇ ਨੂੰ ਇੰਨਾ ਸਾਫ਼ ਕਰ ਸਕਦਾ ਅੰਦਰ ਕੀ ਸਾਡੇ ਛੱਡੂਗਾ? ਜਿਹੜਾ ਸਟੀਲ ਨੂੰ ਇੰਨਾ ਉਹ ਕਰ ਸਕਦਾ ਸਾਡੇ ਅੰਦਰ ਉਹਨੇ ਕੀ ਛੱਡਣਾ ਵਾ? ਨੁਕਸਾਨ ਹੀ ਪਹੁੰਚਾਉਣੇ ਉਹਨੇ। ਇਹ ਚੀਜ਼ਾਂ ਤੋਂ ਮਤਲਬ ਬਹੁਤ ਪਰਹੇਜ਼ ਕਰਨਾ ਚਾਹੀਦਾ। ਜਿਹੜੇ ਅੱਗੇ ਸਾਡੇ ਸਵਾਹ ਨਾਲ ਭਾਂਡੇ ਮਾਂਜਣੇ, ਮਿੱਟੀ ਨਾਲ ਮਾਂਜਣੇ, ਉਹਨਾਂ ਨਾਲ ਸਾਫ਼ ਹੁੰਦੇ, ਬੜਾ ਇਹ ਚੀਜ਼ਾਂ ਦਾ ਫਾਇਦਾ ਸੀਗਾ। ਪਰ ਇਹ ਚੀਜ਼ਾਂ ਬਹੁਤ ਸਾਡੇ ਸੀ ਇਹਨੂੰ ਹਾਨੀਕਾਰਕ ਹੈ ਜਿੰਨੀਆਂ ਨਵੀਆਂ ਆ ਰਹੀਆਂ ਵਾ। ਜਿਵੇਂ ਭਾਂਡੇ ਭੁੰਡੇ ਧੋਣ ਵਾਲੇ ਸਾਬਣ ਸੁਬਣੇ ਨਹੀਂ ਵਰਤਣੇ ਚਾਹੀਦੇ, ਬਿਲਕੁਲ ਗਲਤ ਚੀਜ਼ਾਂ ਜੀ ਇਹ। ਜਿਵੇਂ ਜੀ ਹੁਣ ਬੰਦੇ ਨੂੰ ਨਾਰਮਲ ਬੁਖਾਰ ਹੋ ਜਾਂਦਾ, ਪਿੰਡਾਂ ਵਾਲੇ ਚੱਕ ਕੇ ਸਿੰਭਾਂ ਵਾਲੀ ਗੋਲੀ ਚੱਕ ਕੇ ਖਾ ਲਈ, ਜਾਂ ਹੋਰ ਅੱਗੇ ਪੁਰਾਣੇ ਸੀਗੇ ਜਿਹੜੇ ਬਜ਼ੁਰਗ ਧੁੱਪੇ ਬਹਿ ਕੇ ਤਾਪ ਠੀਕ ਕਰ ਲੈਂਦੇ ਸੀਗੇ। ਉਹ ਜਿਹੜੀਆਂ ਐਲੋਪੈਥੀ ਖਾਂਦੇ ਆ ਉਹ ਸਿਹਤ ਲਈ ਕਿੰਨੀਆਂ ਕੁ ਨੁਕਸਾਨਦੇਹ ਆ ਗੋਲੀਆਂ? ਜਿਵੇਂ ਹੁਣ ਆਪਣੇ ਦੇਸੀ ਇਲਾਜ ਦੇ ਵਿੱਚ ਇਹ ਜੇ ਨਾਰਮਲ ਹੋਊਗਾ ਇਲਾਜ ਵੀ ਹੁੰਦਾ ਹੋਊਗਾ ਨਾਰਮਲ। ਇਸ ਤਰ੍ਹਾਂ ਜਦੋਂ ਆਪਾਂ ਨੂੰ ਬੁਖਾਰ ਚੜ੍ਹਦਾ ਨਾ, ਚਾਹੇ ਰੇਸ਼ਾ ਹੁੰਦਾ, ਉਹਨੂੰ 2-3 ਦਿਨ ਉਹਨੂੰ ਹੋਣ ਦੇਣਾ ਚਾਹੀਦਾ। ਆਪਾਂ ਜਦੋਂ ਇੱਕਦਮ ਮੈਡੀਸਨ ਲੈਨੇ ਬੁਖਾਰ ਉਤਰ ਜਾਂਦਾ, ਉਹ ਆਪਣੇ ਅੰਦਰ ਰਹਿ ਗਿਆ, ਉਹਦੇ ਵਾਇਰਸ ਅੰਦਰ ਰਹਿਣ ਦੇ ਨਾਲ ਸਰੀਰ ਨੂੰ ਤੋੜ ਭੱਜ ਰਹਿਣੀਆਂ, ਲੱਤਾਂ ਬਾਹਾਂ ਟੁੱਟਣ ਲੱਗ ਜਾਣੀਆਂ, ਸਰੀਰ ਥੱਕਿਆ ਰਹੂਗਾ, ਹੌਲੀ ਬੇਚੈਨੀ ਹੋਣ ਲੱਗ ਜਾਂਦੀ ਹੈ। ਇਹ ਚੀਜ਼ਾਂ ਗਲਤ ਆ, ਬਿਲਕੁਲ ਦਵਾਈ ਨਹੀਂ ਉਹਦੀ ਮੈਡੀਸਨ ਲੈਣੀ ਚਾਹੀਦੀ। 1-2 ਦਿਨ ਦੇ ਵਿੱਚ ਬੁਖਾਰ ਆਪੇ ਉਤਰ ਜਾਣਾ ਹੁੰਦਾ ਵਾ। ਤੁਸੀਂ ਉਹਦੇ ਵਿੱਚ ਗਲੋ ਦਾ ਰਸ ਲੈ ਸਕਦੇ ਆ, ਉਹਨੂੰ ਕੁੱਟ ਕੇ ਕੱਢ ਲਓ, ਤੁਹਾਨੂੰ ਬਹੁਤ ਵਧੀਆ ਆਰਾਮ ਦੇਊਗਾ ਜੀ। ਉਹ ਤੁਲਸੀ ਦੇ ਪੱਤੇ ਤੁਸੀਂ ਲੈ ਸਕਦੇ ਹੋ, ਉਹਦੇ ਨਾਲ ਠੀਕ ਹੋ ਸਕਦਾ। ਅੰਮ੍ਰਿਤਾ ਰੈਸਟੋ ਗਲੋ ਦੀ ਬਣੀ ਹੁੰਦੀ ਆ, ਉਹ ਵੀ ਤੁਸੀਂ ਲੈ ਸਕਦੇ ਆ। ਵੈਦਨਾਥ ਦੀ, ਡਾਬਰ ਦੀ, ਸਾਰੇ ਕੰਪਨੀ ਆਉਂਦੀ, ਜਿਹੜੀ ਤੁਸੀਂ ਮਰਜ਼ੀ ਕੰਪਨੀ ਦੀ ਵਰਤ ਸਕਦੇ। 4-4 ਚਮਚੇ ਅੱਧੇ ਗਲਾਸ ਪਾਣੀ ਦੇ ਵਿੱਚ ਮਿਲਾ ਕੇ 3 ਟਾਈਮ ਲਓ, ਉਹ ਠੀਕ ਕਰ ਦਊਗਾ ਜੀ। ਹਾਰ ਸ਼ਿੰਗਾਰ ਦੇ ਪੱਤੇ ਹੁੰਦੇ ਦਰਖਤ ਦੇ, ਉਹ ਬੁਖਾਰ ਨੂੰ ਜਮਾਂ ਠੀਕ ਕਰ ਦਿੰਦੇ ਆ, ਦਰਦਾਂ ਵੀ ਠੀਕ ਕਰਦੇ ਆ। ਤੁਸੀਂ ਉਹਨੂੰ ਪਾਣੀ 'ਚ ਵਾਲ ਕੇ ਲਓ ਪੱਤਿਆਂ ਨੂੰ, ਤੁਹਾਨੂੰ ਬੁਖਾਰ ਬਿਲਕੁਲ ਨਾਲ ਦੀ ਨਾਲ ਉਤਾਰ ਦਊਗੀ ਜਮਾਂ ਹੀ। ਡਾਕਟਰ ਸਾਹਿਬ ਇੱਕ ਕਹਿੰਦਾ ਦੱਸੋ ਵੀ ਪਹਿਲਾਂ ਤਾਂ ਸ਼ੂਗਰ ਹੁੰਦਾ ਸੀ ਵੱਡੇ ਬੰਦਿਆਂ ਨੂੰ ਹੀ, ਹੁਣ ਅੱਜ ਕੱਲ ਬੱਚਿਆਂ ਨੂੰ ਵੀ ਸ਼ੂਗਰ ਹੋਣ ਲੱਗ ਗਿਆ, ਤਾਂ ਮੁੱਖ ਕਾਰਨ ਕੀ ਹੈ ਜੀ? ਇਹਦਾ ਕਾਰਨ ਇਹ ਹੈ ਜੀ ਜਿਹੜੇ ਚਾਕਲੇਟ ਆ, ਚਾਕਲੇਟ ਜਿੰਨੇ ਵੀ ਚੀਜ਼ਾਂ ਆਪਾਂ ਬਰਗਰ ਪੀਜੇ ਜਿੰਨੇ ਵੀ ਖਾਣੇ ਆਈਟਮਾਂ ਆ ਰਹੀਆਂ, ਇਹ ਸਭ ਬਿਮਾਰੀ ਦਾ ਕਾਰਨ ਆ। ਬਿਮਾਰੀ ਦੀਆਂ ਲਾਮਤਾਵਾਂ, ਬੱਚੇ ਖਾਈ ਜਾਂਦੇ ਆ, ਬਿਮਾਰ ਹੋਈ ਜਾਂਦੇ ਆ। ਮੋਟਾਪਾ ਬਹੁਤ ਬੱਚਿਆਂ ਨੂੰ ਆਉਂਦਾ। ਜੇ ਬਾਹਰ ਦੀ ਕੰਟਰੀ ਦੇਖੋ, ਬਾਹਰ ਤਾਂ ਬਹੁਤ ਬੱਚਿਆਂ ਦਾ ਬੁਰਾ ਹਾਲ ਆ ਵਿਚਾਰਿਆਂ ਦਾ, ਕਿਉਂਕਿ ਉਧਰ ਬਾਹਰ ਇੱਥੇ ਚਲੋ ਆਪਣੇ ਥੋੜਾ ਜਿਹਾ ਘੱਟ, ਹੁਣ ਤਾਂ ਆਪਣੇ ਬਹੁਤ ਚਾਕਲੇਟ ਚੀਜ਼ਾਂ ਇਹੋ ਜਿਹੀਆਂ ਬੜਾ ਕੁਛ ਆ ਗਿਆ ਵਾ, ਤੇ ਬਹੁਤ ਬੱਚੇ ਖਾਂਦੇ ਆ। ਇਹ ਸਾਰਾ ਬਿਮਾਰੀਆਂ ਦਾ ਕਾਰਨ। ਇਹਨਾਂ ਤੋਂ ਬਚਣਾ ਚਾਹੀਦਾ, ਬੱਚਿਆਂ ਨੂੰ ਸਿਖਾਉਣਾ ਚਾਹੀਦਾ। ਹੋਰ ਚੀਜ਼ਾਂ ਦਿਓ, ਘਰੇ ਪ੍ਰਸ਼ਾਦ ਬਣਾ ਕੇ ਖਾਓ, ਚ ਤਾਕਤ ਆ, ਬੰਦੇ ਨੂੰ ਤੰਦਰੁਸਤੀ ਦਿਓ, ਖੁਸ਼ਕੀ ਚੱਕੂ, ਕਬਜ਼ ਚੱਕੂਗੀ, ਤੇ ਸੇਵੀਆਂ ਬਣਾ ਕੇ ਦਿਓ, ਰੇਸ਼ਾ ਹਟ ਜਾਊਗਾ। ਇਹ ਜਿਹੀਆਂ ਚੀਜ਼ਾਂ ਬਣਾ ਕੇ ਬੱਚਿਆਂ ਨੂੰ ਖਾਓ, ਬੱਚੇ ਵੀ ਫਿਰ ਉਹ ਗਾਂ ਵਿਗੜ ਜਾਂਦੇ, ਗਾਂ ਦੀਆਂ ਫਿਰ ਲਈ ਜਾਂਦੇਗਾ। ਇੱਕ ਡਾਕਟਰ ਸਾਹਿਬ ਰਸੌਲੀਆਂ ਦੀ ਜਿਹੜੀ ਪ੍ਰੋਬਲਮ ਆਉਂਦੀ ਲੜਕੀਆਂ ਨੂੰ, ਇਹ ਕੋਈ ਇਹੋ ਜਿਹਾ ਤਰੀਕਾ ਦੱਸੋ ਜਿਹਦੇ ਨਾਲ ਆਵੇ ਨਾ, ਵੀ ਕੀ ਕਾਰਨ ਕੀ ਆ ਇਹ ਜੀ ਬੱਚਿਆਂ ਨੂੰ, ਜਦੋਂ ਬੱਚੇ ਨੂੰ ਮੈਂਸ ਸ਼ੁਰੂ ਹੁੰਦੇ ਆ 15-16 ਸਾਲ ਤੋਂ, ਕਿਸੇ ਨੂੰ 14 ਤੋਂ 12 ਤੋਂ ਅਲੱਗ-ਅਲੱਗ ਸ਼ੁਰੂ ਹੋ ਜਾਂਦੇ ਆ ਇਹ, ਉਦੋਂ ਬੱਚੇ ਨੂੰ ਖਿਆਲ ਰੱਖਣਾ ਚਾਹੀਦਾ ਪੂਰਾ, ਫਿਰ ਰਸੌਲੀ ਨਹੀਂ ਬਣੂਗੀ ਤੇ ਬੱਚੇ ਦਾ ਫੇਸ ਵੀ ਸੀਸੇ ਨੂੰ ਸਾਫ਼ ਰਹੂਗਾ। ਜਦੋਂ ਵੀ ਮੈਂਸ 'ਚ ਆਉਂਦੇ ਆ ਉਦੋਂ ਗਰਮ ਪਾਣੀ ਪੀਣਾ, ਗਰਮ ਪ੍ਰਸ਼ਾਦਾ ਛਕਣਾ ਵਾ, ਠੰਡੇ ਪਾਣੀ ਨਾਲ ਨਹਾਉਣਾ ਨਹੀਂ। ਪਹਿਲਾਂ ਗਰਮੀਆਂ ਦੇ ਦਿਨ ਗਰਮ ਪਾਣੀ ਨਾਲ ਨਹਾਉਣਾ ਵਾ, ਤੇ ਕੱਪੜੇ ਵੀ ਥੋੜੇ ਜਿਹੇ ਮਤਲਬ ਗਰਮ ਪਾ ਕੇ ਰੱਖੋ। ਪੱਖੇ ਤੋਂ ਬਨੇਜ ਕਰੋ, ਏਸੀ ਤੋਂ ਬਨੇਜ ਕਰੋ। ਏਸੀ 'ਚ ਨਾ ਪਾਓ ਉਹਨੇ ਦਿਨ, 5-6 ਦਿਨ ਦਾ ਹੀ ਕੰਮ ਆ, ਬੜਾ ਕੋਈ ਲੰਮਾ ਨਹੀਂਗਾ, ਮਹੀਨੇ ਦੇ ਵਿੱਚ। ਤੇ ਐਨ ਤੰਦਰੁਸਤ ਲੇਡੀ ਦਾ ਵਧੀਆ ਰਹੂਗਾ, ਮੈਂਸੇਜ ਵੀ ਸਹੀ ਆਉਣਗੇ, ਕਲੌਟ ਵੀ ਨਹੀਂ ਬਣਨਗੇ। ਠੰਡੀਆਂ ਚੀਜ਼ਾਂ ਦਾ ਬਨੇਜ ਕਰ ਲਓ, ਜਮਾਂ ਸਹੀ ਰਹਿਣਗੇ ਜੀ। ਡਾਕਟਰ ਸਾਹਿਬ ਇੱਕ ਜਾਣਕਾਰੀ ਦਰਸ਼ਕਾਂ ਨੂੰ ਜ਼ਰੂਰ ਦਿਓ। ਅੱਗੇ ਵਿਆਹ ਹੁੰਦੇ ਸੀਗੇ ਜੋੜਿਆਂ ਦੇ, ਤੇ ਕੋਈ ਵੀ ਦਵਾਈ ਖਾਣ ਤੋਂ ਬਿਨਾਂ ਹੀ ਬੱਚੇ ਹੋ ਜਾਂਦੇ ਸੀਗੇ, ਤੇ ਹੁਣ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਲੱਖਾਂ ਰੁਪਈਆ ਖਰਚ ਕਰਕੇ
ਕਈਆਂ ਦੇ ਬੱਚੇ ਹੁੰਦੇ ਆ, ਕਈਆਂ ਦੇ ਉਹ ਵੀ ਨਹੀਂ ਹੁੰਦੇ। ਕੀ ਕਾਰਨ ਮੰਨਦੇ ਆ ਤੁਸੀਂ? ਨਸ਼ੇ ਨੂੰ ਕਾਰਨ ਮੰਨਦੇ ਆ ਜਾਂ ਵਿੱਚ ਲੜਕੀਆਂ ਦੇ ਵੀ ਉਹੇ ਜੀ ਖਾਣਾ ਪੀਣਾ ਹੋ ਗਿਆ, ਉਹਨੂੰ ਤੁਸੀਂ ਕਾਰਨ ਮੰਨਦੇ ਆ? ਮੇਨ ਸਾਡੇ ਖਾਣਾ ਪੀਣਾ ਵੀ ਤੇ ਬਾਕੀ ਨਸ਼ੇ ਵੀ ਆ ਜੀ। ਨਸ਼ੇ ਵਿੱਚ ਬਹੁਤ ਅਹਿਮ ਰੋਲ ਇਹਦੇ ਕਰ ਰਹੇ ਆ। ਕੋਈ ਨਸ਼ਾ ਬਹੁਤ ਵੱਧ ਚੁੱਕਾ ਵਾ। ਜਿਹੜਾ ਵੀ ਕੋਈ ਨਸ਼ਾ ਕਰਦੇ ਆ ਸਟੀਰੋਇਡ ਹੁੰਦਾ ਵਾ, ਕੋਈ ਸਹੀ ਨਸ਼ਾ ਹੀ ਨਹੀਂਗਾ। ਸਾਰਾ ਬੋਡੀ ਨੂੰ ਨੁਕਸਾਨ ਕਰਦਾ ਵਾ। ਬੱਚੇ ਹੋਣ 'ਚ ਬੜਾ ਚੱਕਰ ਪੈਂਦਾ, ਇਸ ਕਾਰਨ ਘਟ ਜਾਂਦੇ ਆ। ਉਹ ਚੀਜ਼ਾਂ ਤਾਂ ਬਹੁਤ ਵੱਡੀਆਂ ਬਹੁਤ ਮੁਸ਼ਕਿਲ ਆਉਂਦੀਆਂ ਵਾ। ਬੱਚਿਆਂ ਨੂੰ ਆਪ ਹੀ ਸੁਧਰ ਜਾਣਾ ਚਾਹੀਦਾ ਵਾ। ਮਾਂ ਪਿਓ ਨੂੰ ਖੁਸ਼ ਰੱਖਣਾ ਚਾਹੀਦਾ। ਮਾਂ ਪਿਓ ਖੁਸ਼ ਤਾਂ ਹੀ ਰਹਿਣਗੇ ਜੇ ਮਾਂ ਪਿਓ ਦੇ ਬੱਚੇ ਆਗਿਆਕਾਰੀ ਹੋਣਗੇ। ਠੀਕ ਹੈ, ਫਿਰ ਮਾਂ ਪਿਓ ਵੀ ਖੁਸ਼ ਆ ਕਿ ਉਹਨਾਂ ਦੀ ਫਸਲ ਹੈ ਕਿ ਜਾਂ ਫਸਲ ਜਿਵੇਂ ਜੱਟ ਵੱਢਦਾ ਵਾ ਉਹ ਖੁਸ਼ ਹੁੰਦਾ, ਜੇ ਫਸਲ ਖਰਾਬ ਹੋ ਜਾਏ ਤਾਂ ਬੜਾ ਮਨ ਦੁਖੀ ਹੁੰਦਾ। ਇਸੇ ਤਰ੍ਹਾਂ ਇਹ ਆ ਵੀ ਇਹਦਾ ਪੂਰੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇਹਨਾਂ ਦਾ, ਬੱਚਿਆਂ ਦਾ ਤੇ ਇਮਿਊਨਿਟੀ ਜਿੱਦਾਂ ਬੱਚਿਆਂ ਦਾ ਵਾ ਉਹਨਾਂ ਦਾ ਵੀ ਖਾਣ ਪੀਣ ਤੇ ਵਧੀਆ ਖਾਣਾ ਪੀਣਾ ਚਾਹੀਦਾ ਵਾ ਵੀ ਜਿਹੜੀ ਸਾਡੀ ਬੋਡੀ ਨੂੰ ਨੁਕਸਾਨ ਨਾ ਪਹੁੰਚਾਉਣ। ਬਚਪਨ ਦੇ ਵਿੱਚ ਪੂਰਾ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਵਾ। ਖਾਣ ਪੀਣ ਦੇ ਨਾਲ ਡਿਪੈਂਡ ਸਾਰਾ ਕੁਝ ਆਪਣਾ ਵਾ ਸਰੀਰ ਦੇ ਉੱਤੇ ਆ ਜੀ। ਠੀਕ ਹੈ ਜੀ। ਡਾਕਟਰ ਸਾਹਿਬ ਪਹਿਲਾਂ ਇਹ ਦੱਸੋ ਵੀ ਜ਼ਿਆਦਾਤਰ ਲੜਕਿਆਂ 'ਚ ਹੀ ਨੁਕਸ ਪਾਇਆ ਜਾਂਦਾ ਜਾਂ ਲੜਕੀਆਂ 'ਚ ਵੀ ਬਹੁਤ ਜ਼ਿਆਦਾ ਹੈ ਹੁਣ? ਨਹੀਂ, ਸੇਮ ਬਰਾਬਰ ਹੀ ਆ ਜੀ। ਲੜਕਿਆਂ 'ਚ ਵੀ ਬਹੁਤ ਜ਼ਿਆਦਾ ਜੀ। ਉਹਨਾਂ 'ਚ ਨਾ ਜਿਵੇਂ ਰਸੌਲੀਆਂ ਦੀ ਬਹੁਤ ਆ ਰਹੀ ਆ, ਪੀਸੇਜ ਬਹੁਤ ਆ ਰਹੇ ਆ ਉਹਨਾਂ ਨੂੰ। ਕਲੌਡਸ ਜਦੋਂ ਮੈਨਸ ਆਉਂਦੇ ਮਹੀਨੇ ਬਾਅਦ, ਉਹਦੇ ਕਲੌਡਸ ਬਹੁਤ ਆਉਂਦੇ ਆ, ਉਹਨਾਂ ਦੇ ਕਰਕੇ ਬੇਬੀ ਵੀ ਨਹੀਂ ਠਹਿਰਦਾਗਾ। ਉਹ ਬਹੁਤ ਵੱਡੀ ਕਾਰਨ, ਇੱਕ ਮੁਸ਼ਕਲ ਆ ਬਹੁਤ ਵੱਡੀ ਜੀ। ਸੋ ਦਰਸ਼ਕੋ, ਇਹ ਸਨ ਡਾਕਟਰ ਕਮਲਜੀਤ ਸਿੰਘ ਜੀ। ਭਿੰਡਰ ਕਲਾਂ ਹੈ ਪਿੰਡ ਇਹਨਾਂ ਦਾ। ਇੱਥੇ ਘਰ ਦੇ ਵਿੱਚ ਹੀ ਵੈਦਗੀ ਕਰਦੇ ਆ ਇਹ। ਜਿੱਡਾ ਵੀ ਮਰਜ਼ੀ ਮਰੀਜ਼ ਹੋਵੇ ਉਹਨੂੰ ਤੰਦਰੁਸਤ ਕਰਕੇ ਤੋਰ ਦਿੰਦੇ ਆ। ਜੇ ਕਿਸੇ ਨੂੰ ਵੀ ਇਹੋ ਜਿਹੀ ਕੋਈ ਬਿਮਾਰੀ ਦੀ ਕੋਈ ਸ਼ਿਕਾਇਤ ਹੋਵੇ, ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਆ। ਅੱਗੇ ਵੀ ਦਰਸ਼ਕੋ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ ਗੁਰਦੀਪ ਸਿੰਘ ਦੇ ਨਾਲ ਰਮੇਸ਼ ਸਿੰਘ ਲੋਪੋ, D5 ਚੈਨਲ ਪੰਜਾਬੀ ਦੇ ਲਈ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।